ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। 31 ਦਸੰਬਰ ਆ ਰਹੀ। 31 ਦਸੰਬਰ ਦੀ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਦੇ ਦੌਰਾਨ ਇਕੱਤਰਿਤ ਹੋਣਾ। ਇਸ ਸਮਾਗਮ ਦੇ ਵਿੱਚ ਅਸੀਂ 2022 ਸਨ ਨੂੰ ਵਿਦਾਇਗੀ ਦੇਣੀ ਔਰ 2023 ਸਨ ਨੂੰ ਜੀ ਆਇਆਂ ਕਹਿਣਾ। ਅਰਦਾਸ ਕਰਨੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਜਿਹੜਾ ਨਵਾਂ ਸਾਲ ਚੜ੍ਹਿਆ ਪਿਤਾ ਜੀ, ਉਹ ਕਿਰਪਾ ਦੇ ਖਾਤੇ ਵਿੱਚੋਂ, ਬਖਸ਼ੀਸ਼ ਦੇ ਖਾਤੇ ਵਿੱਚੋਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ, ਬਰਕਤਾਂ ਲੈ ਕੇ ਆਵੇ। ਇਹ ਸਾਰੀਆਂ ਸੰਗਤਾਂ ਨੇ ਅਰਦਾਸ ਕਰਨ ਵਾਸਤੇ ਸ਼ਾਮਲ ਹੋਣਾ। 10 ਨੂੰ 20 ਨੂੰ ਨਾਲ ਲੈ ਕੇ ਆਇਓ ਔਰ ਇੱਕੋ ਬਾਣੇ ਦੇ ਵਿੱਚ ਵਾਈਟ ਡਰੈਸ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ। ਔਰ ਇਹ ਵਾਈਟ ਡਰੈਸ ਜਦੋਂ ਮੈਂ ਕਹਿੰਦਾ ਨਾ ਤੁਹਾਨੂੰ, ਇਹ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਪਿਤਾ ਜੀ ਜਿਹੜੇ ਵੀ ਰੰਗ ਵਿੱਚ ਤੁਸੀਂ ਸਾਨੂੰ ਰੰਗਣਾ ਨਾ, ਰੰਗ ਲਓ। ਇਹ ਮੇਰੀ ਬੇਨਤੀ ਹੈ। 31 ਦਸੰਬਰ ਦੀ ਰਾਤ 9 ਵਜੇ ਰਹਿਣ ਸਬਾਈ ਸ਼ੁਰੂ ਹੋਣੀ ਹੈ। ਤੁਸੀਂ ਦੁਪਹਿਰੀ ਪਹੁੰਚ ਜਿਓ। ਉਹਦਾ ਕਾਰਨ ਹੈ, ਜੇ ਧੁੰਦ ਵਗੈਰਾ ਪੈ ਗਈ ਫਿਰ ਸ਼ਾਮ ਨੂੰ ਤੁਹਾਨੂੰ ਆਉਣ ਵਿੱਚ ਦਿੱਕਤ ਹੋਏਗੀ। ਇਸ ਕਰਕੇ ਦੁਪਹਿਰੇ ਉੱਥੇ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕ ਕੇ ਥੋੜ੍ਹਾ ਸਮਾਂ ਆਰਾਮ ਕਰ ਲਿਓ ਅਤੇ 9 ਵਜੇ ਤੋਂ ਆਪਾਂ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। ਔਰ ਰਹਿਣ ਸਬਾਈ ਸਮਾਗਮ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿਵੇਂ ਪ੍ਰਤੱਖ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਪ ਬਹਿ ਕੇ ਇੱਕ ਦੇ ਮਾੜੇ ਕਰਮ ਚੰਗੇ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ, ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਕਈਆਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਇਹ ਗਰੰਟੀ ਮੈਂ ਪਿਛਲੀ ਰਹਿਣ ਸਬਾਈ 'ਚ ਵੀ ਲਫ਼ਜ਼ ਬੋਲੇ ਸੀ ਔਰ ਹਜ਼ਾਰਾਂ ਤੁਹਾਨੂੰ ਇਹੋ ਜਿਹੇ ਬੰਦੇ ਮੈਂ ਮਿਲਾ ਸਕਦਾ ਗੁਰੂ ਜੀ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਰਹਿਣ ਸਬਾਈਆਂ ਵਿੱਚ ਆ ਕੇ ਹਾਜ਼ਰੀਆਂ ਭਰੀਆਂ। ਪਤਾ ਨਹੀਂ ਕਿੰਨੇ ਚਿਰ ਦੇ ਉਹਨਾਂ ਦੇ ਰੁਕੇ ਕਾਰਜ ਗੁਰੂ ਰਾਮਦਾਸ ਨੇ ਚਲਵਾ ਦਿੱਤੇ, ਜਿਹਦੇ ਕਿਤੇ ਕੋਈ ਕਾਰਜ ਬਣਦੇ ਹੀ ਨਹੀਂ ਸੀ, ਕੰਮ ਬਣਦੇ ਹੀ ਨਹੀਂ ਸੀ। ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤ ਕੇ ਉਹਨਾਂ ਦੇ ਸਾਰੇ ਕਾਰਜਾਂ ਨੂੰ ਆਪ ਪਿਤਾ ਜੀ ਨੇ ਕਰਵਾਇਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਰਹਿ ਨਾ ਜਾਇਓ। ਜਿਹੜੇ ਬਾਹਰ ਵਾਲੇ ਨੇ ਟਿਕਟਾਂ ਬੁੱਕ ਕਰਵਾ ਲਓ ਹੁਣੇ। ਔਰ 31 ਦਸੰਬਰ ਨੂੰ ਤੁਸੀਂ ਦੁਪਹਿਰੇ 2-3 ਵਜੇ ਪਹੁੰਚ ਜਿਓ ਭਲਾਈ ਕੇਂਦਰ। ਜੋ ਪ੍ਰਸ਼ਾਦਾ ਪਾਣੀ ਛਕ ਕੇ ਉੱਥੇ ਹੀ ਭਾਵੇਂ ਆਰਾਮ ਕਰ ਲਿਓ ਅਤੇ ਫਿਰ 9 ਵਜੇ ਤੋਂ ਅਸੀਂ ਸਾਰਿਆਂ ਨੇ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। 3 ਵਜੇ ਇਹ ਸਾਰੇ ਪ੍ਰੋਗਰਾਮ ਦੀ 1 ਜਨਵਰੀ 3 ਵਜੇ ਅੰਮ੍ਰਿਤ ਵੇਲੇ ਇਹ ਪ੍ਰੋਗਰਾਮ ਦੀ ਸਮਾਪਤੀ ਦੀ ਅਰਦਾਸ ਹੋਏਗੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰੋ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਦੇਸ਼ਾਂ ਵਿਦੇਸ਼ਾਂ ਵਿੱਚ, ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿੱਚ ਇਕੱਤਰਿਤ ਹੋਇਆ। ਸਾਰੇ ਪਰਿਵਾਰਕ ਮੈਂਬਰਾਂ ਨੂੰ ਅੱਜ ਦੀ ਮੀਟਿੰਗ ਦੇ ਵਿੱਚ ਮੈਂ ਜੀ ਆਇਆਂ ਆਖਦਾ। ਔਰ ਰੋਜ਼ਾਨਾ ਦੀ ਤਰ੍ਹਾਂ ਸਿਰ ਝੁਕਾ ਕੇ ਸਾਰੀ ਸੰਗਤ ਇੱਕ ਵਾਰੀ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਕਿਰਪਾ ਦਾ ਖਾਤਾ ਖੋਲ ਕੇ ਤੁਸੀਂ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ, ਮਿਹਰਾਂ ਕੀਤੀਆਂ ਨੇ, ਬਖਸ਼ਿਸ਼ਾਂ ਕੀਤੀਆਂ ਨੇ। ਔਰ ਮੇਰੀ ਸਨਿਮਰ ਬੇਨਤੀ, YouTube ਦਾ, Facebook ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ। ਵੱਧ ਤੋਂ ਵੱਧ ਇਹ ਸ਼ੇਅਰ ਕਰ ਦਿਓ, ਵੱਧ ਤੋਂ ਵੱਧ 5-5, 10-10, 20 ਬੰਦਿਆਂ ਨੂੰ ਸ਼ੇਅਰ ਕਰੋ ਔਰ ਅੱਗੋਂ ਉਹਨਾਂ ਨੂੰ ਵੀ ਕਹੋ ਵੱਧ ਤੋਂ ਵੱਧ ਇਹ ਲਿੰਕ ਸ਼ੇਅਰ ਕਰਨ। ਜਿਨ੍ਹਾਂ ਨੇ ਅਜੇ ਤੱਕ ਆਪਣੇ ਰਿਸ਼ਤੇਦਾਰਾਂ ਨੂੰ ਪਿੰਡਾਂ ਸ਼ਹਿਰਾਂ ਮੁਹੱਲਿਆਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ 'ਚ ਮੈਸੇਜ ਨਹੀਂ ਦਿੱਤਾ, ਇਹ ਸਮਾਗਮ ਜਿਹੜਾ ਚੱਲਦਾ ਦੁਪਹਿਰੀ 3 ਤੋਂ 4 ਵੀ, ਰਾਤੀ 10 ਤੋਂ 11 ਵੀ, ਮੈਸੇਜ ਜ਼ਰੂਰ ਦਿਓ ਜੀ। ਹੋਰ ਟੁੱਟਿਆਂ ਨੂੰ ਜੋੜੋ। ਔਰ ਮੈਸੇਜ ਦੇਣ ਤੋਂ ਬਾਅਦ ਗੱਲ ਖਤਮ ਨਹੀਂ। 2 ਦਿਨਾਂ ਬਾਅਦ, ਹਫ਼ਤੇ ਬਾਅਦ, 4 ਦਿਨਾਂ ਬਾਅਦ ਪੁੱਛੋ, ਭਾਈ ਸਾਹਿਬ ਨੇ ਕੀਰਤਨ ਵਿੱਚ ਕੀ ਦੱਸਿਆ ਸੀ, ਤੂੰ ਕੀ ਸਿੱਖਿਆ? ਪਰਿਵਾਰਕ ਮੀਟਿੰਗ ਜਿਹੜੀ ਹੁੰਦੀ ਹੈ, ਤੂੰ ਅਟੈਂਡ ਕੀਤੀ ਹੈ ਕਿ ਨਹੀਂ ਕੀਤੀ? ਜ਼ਰੂਰ ਇਹਦੀ ਪੈਰਵਾਈ ਕਰਿਓ, ਮੇਰੀ ਬੇਨਤੀ ਹੈ ਜੀ। ਔਰ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਓਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਹੋਰਨਾਂ ਨੂੰ ਵੀ ਇਹ ਚੈਨਲ ਸਬਸਕ੍ਰਾਈਬ ਕਰਨ ਬਾਰੇ ਕਹੋ। ਇੰਸਟਾਗ੍ਰਾਮ ਤੇ ਸਾਡਾ ਨਾਮ ਭਰ ਕੇ, ਫੇਸਬੁੱਕ ਤੇ, ਟਵਿੱਟਰ ਤੇ ਨਾਮ ਭਰ ਕੇ ਤੁਸੀਂ ਸਾਨੂੰ ਹਰ ਜਗ੍ਹਾ ਤੇ ਫੋਲੋ ਕਰ ਸਕਦੇ ਹੋ। ਮਹਾਰਾਜ ਜੀ ਦੀ ਮਿਹਰ ਦਾ ਸਦਕਾ
और मैं सब नूं बेनती करदा, ये जिहड़ा मैं अद्धा मिनट या 1 मिनट लाउना ना प्रोग्राम शेयर करन बारे, ये बड़ी ही जरूरी गल है। इनू सब ने मनना ही मनना है, किसी ने भी ये गल मन्ने बिना नहीं रहना। और कोशिश करिया करो 3 बजे प्रोग्राम शुरू हुंदा है, 2-3 मिनट पहला ही टीवी सैट ऑन करके बह जाया करो कि एक भी लफज साडे शरीर रूपी खेत तो बाहर ना जावे। आखो वाहिगुरु जी, वाहिगुरु जी, धन गुरु रामदास जी, धन गुरु रामदास जी। प्यार नाल सारे आखन जी धन बाबा दीप सिंह जी। कल आपां गुरु बाबा नानक जी दा उच्चारण कीता शब्द पढ़िया सी, ते अज भी गुरु बाबा नानक जी दा उच्चारण कीता शब्द पढ़ना है। गुरु ग्रंथ साहिब जी दे 85 अंग दे उत्ते दर्ज है, गली 80 चंगियां, आचारी बुरियां, मनो कसुदां कालियां, बाहर चिटवियां। ये शब्द आपां पढ़िए। उस तो पहले अपना जिहड़ा निशाना है, अपना जिहड़ा मोटिव है, अपना जिहड़ा नारा है, उन्हों दोहराओ। फतेह बुला के असीस भी दे दिओ, तां जो कीर्तन द्वारा मैं आप जियां दी सेवा कर सकां। ते जिहड़े असी नेक इंसान बनन बारे रोज़ जो बोल बोलते हैं, जो बोल सुनते हैं, जो विचारां करते सुनते हैं, वो अज मैं शब्द पढ़न तो बाद वो विचार करांगा। सब तो पहले बेनती है, सारे अपना नारा बुलंद करो, आखो आप सवरो, परिवार सवारो, समाज आपे ही सवर जाएगा। प्यार नाल सारे फतेह बुलाओ जी। वाहिगुरु जी का खालसा, वाहिगुरु जी की फतेह। आओ शब्द दा गायन बड़े प्यार दे नाल सारी संगत करियो जी। गल्लियां सी चंगियां, आचारी बुरियां, मनोक सुद्दा कालियां, बाहर चिटवियां। गल्लियां सी चंगियां, आचारी बुरिया, मनो कसुदा कालिया, बाहर चिटविया। जपो गल्लियां सी चंगिया, आचारी बुरिया, मनो कसुदा कालिया, बाहर चिटविया। बोलो जी। गल्लियां सी चंगियां, आचारी बुरिया, मनो कसदा कालिया, बाहर चिटविया। करो कृपा। गल्लियां सी चंगियां, आचारी बुरिया, मनो कसदा कालिया, बाहर चिटविया। गुरु रामदास जी, प्यार नाल आखो जी धन बाबा दीप सिंह जी। चंगियां, आचारी बुरियां, गल्ली असी चंगियां, आचारी बुरियां, मनो कसदा कालियां, बाहर चिटवियां। मनो कसदा कालिया, बाहर चिटविया। गल्लियां सी चंगिया, आचारी बुरिया, मनो कसदा कालिया, बाहर चिटविया। बोलो गल्लियां सी चंगिया, आचारी बुरिया, मनो
कसुता कालियां बाहर चिटवियां। रीसा करे तिनाड़िया, रीसा करे तिनाड़िया। रीसा करे तिनाड़िया, रीसा करे तिनाड़िया। जो सेवे दर खड़िया, सेवे दर खड़िया। जो सेवे दर खड़िया, जो सेवे दर खड़िया। गली असी चंगिया, आचारी बुरिया। मनो को सुदा कालिया, बाहर चिटविया। गली असी चंगिया, आचारी बुरिया। मनो कसुता कालिया, बाहर चिटविया। गुरु रामदास जी खंडे वाले नाल खस में रतिया, नाल खस में रतिया। नाल खस में रतिया, नाल खस में रतिया। माणे सुख रलिया, माणे सुख रलिया। माणे सुख रलिया, माणे सुख रलिया। गली असी चंगिया, आचारी बुरिया। मनो को सुदा कालिया, बाहर चिटविया। गली असी चंगिया, आचारी बुरिया। मनो कसुता कालिया, बाहर चिटविया। होंदे ताण निताणिया, होंदे ताण निताणिया। होंदे ताण निताणिया, होंदे ताण निताणिया। रहने माननिया, रहने माननिया। रहने माननिया, रहने माननिया। गली असी चंगिया, आचारी बुरिया। मनो को सुदा कालिया, बाहर चिटविया। गली असी चंगिया, आचारी बुरिया। मनो कसुता कालिया,
सकार था, नानक जन्म सकार था। नानक जन्म सकार था, नानक जन्म सकार था। जे तिन कै संग मिला, तिन कै संग मिला, जे तिन कै संग मिला, तिन कै संग मिला। गल्ली असी चंगियां, आचारी बुरिया, मनुख सुधा कालिया, बाहर चिटविया। असी चंगिया, आचारी बुरिया, मनुख सुधा कालिया, बाहर चिटविया। गल्ली असी चंगिया, आचारी बुरिया, मनुख सुधा कालिया, बाहर चिटविया। असी चंगिया, आचारी बुरिया, मनुख सुधा कालिया, बाहर चिटविया। असी खत्ते बहुत कमावंदे, खत्ते बहुत कमावंदे। खत्ते बहुत कमावदे, अस खत्ते बहुत कमावदे। अंत न पारावार, अंत न पारावार, अंत न पारावार, अंत न पारावार। कृपा करके बख्श ले हो, ओ पापी वडे गुनहगार। हर कृपा करके बख्श ले हो, ओ पापी वडे गुनहगार। हर जियो लेखे मार नया वही, तू बख्श मिलावण खार, तू बख्श मिलावण खार, तू बख्श मिलावण हार। गुर तुठे हर प्रभ मेलिया, सब किल विख कट बेकार। जिन्ना हर हर नाम ते आया, जन नानक तिन जयकार। असी खत्ते बहुत कमावंदे, अंत न पारावार। गल्ली असी चंगिया, आचारी बुरिया, मनुख सुधा कालिया, बाहर चिटविया। असी चंगिया, आचारी बुरिया, मनुख सुधा कालिया, बाहर चिटविया। सब अवगण में गुण नहीं कोई, सब अवगण में गुण नहीं कोई। सब अवगण में गुण नहीं कोई, सब अवगण में गुण नहीं कोई। सब अवगण में गुण नहीं कोई, सब अवगण में गुण नहीं कोई। सब अवगण में गुण नहीं कोई, सब अवगण में गुण नहीं कोई। क्यों कर कंत मिलावा होई, क्यों कर कंत मिलावा होई। क्यों कर कल्प मिलावा होई, क्यों कर कल्प मिलावा होई। ना मैं रूप ना बंके नैना, ना कुल टंग ना मीठे बैना। ना मैं रूप ना बंके नैना, ना कुल टंग ना मीठे बैना। गल्ली असी चंगिया, आचारी बुरिया, मनुख सुधा कालिया,
चिटवियां। गली असी चंगिया आचारी बुरिया, मनो कसुदा कालिया बाहर चिटविया। गली असी चंगिया आचारी बुरिया, मनुख सुदा कालिया बाहर चिटविया। गली असी चंगिया आचारी बुरिया, मनो कसुदा कालिया बाहर चिटविया। गली असी चंगिया आचारी बुरिया। ਗੁਰੂ ਨਾਨਕ ਸਾਹਿਬ ਕਹਿ ਰਹੇ ਕਹਿੰਦੇ ਅਸੀਂ ਗੱਲਾਂ ਵਿੱਚ ਤੇ ਸੁਚੱਜੇ ਆਂ, ਪਰ ਆਚਰਣ ਕਰਕੇ ਮਾੜੇ ਆਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਹਿੰਦੇ ਆ ਜਿਹੜੀ ਜੀਵ ਰੂਪੀ ਇਸਤਰੀ ਏ ਨਾ, ਗੱਲਾਂ ਕਰਕੇ ਸੁਚੱਜੀ ਬਣਦੀ ਏ ਪਰ ਆਚਰਣ ਕਰਕੇ ਮਾੜੀ ਏ। ਮਨੋਂ ਖੋਟੀਆਂ ਤੇ ਕਾਲੀਆਂ ਨੇ ਇਹ ਜੀਵ ਰੂਪੀ ਇਸਤਰੀਆਂ, ਪਰ ਬਾਹਰੋਂ ਸਾਫ਼ ਸੁਥਰੀਆਂ ਹੋਣ ਦਾ ਵਿਖਾਵਾ ਕਰਦੀਆਂ ਨੇ। ਵੇਖੋ ਗੁਰੂ ਬਾਬਾ ਨਾਨਕ ਜੀ ਆਪ ਨਿਰੰਕਾਰ ਨੇ, ਆਪ ਪਰਮੇਸ਼ਰ ਨੇ, ਪਰ ਸਾਨੂੰ ਇਹ ਜਾਂਚ ਸਿਖਾਈ ਹੈ। ਜਾਂਚ ਜ਼ਿੰਦਗੀ ਦੇ ਵਿੱਚ ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ ਜਾ, ਪਰ ਮਨ ਇੱਥੇ ਰੱਖ। ਗੱਲਾਂ ਅਸੀਂ ਚੰਗੀਆਂ, ਮੈਂ ਗੱਲਾਂ ਵਾਲਾ ਹੀ ਆ, ਆਚਰਣ ਕਰਕੇ ਸਭ ਤੋਂ ਮਾੜਾ ਵਾਂ, ਭਾਵੇਂ ਜਿੰਨਾ ਮਰਜ਼ੀ ਚੰਗਾ ਕਿਉਂ ਨਾ ਹੋਵੇ। ਹੁਣ ਗੁਰੂ ਨਾਨਕ ਤੇ ਰੱਬ ਨੇ ਉਹ ਇਹ ਉਚਾਰਨ ਕਰ ਰਹੇ ਨੇ, ਕਹਿੰਦੇ ਮਨ ਨੂੰ ਇੱਥੇ ਰੱਖ। ਔਗਣਾ ਦੇ ਹੁੰਦਿਆਂ ਜੇ ਮੈਂ ਕਿਹਾ ਨਾ ਮੈਂ ਔਗਣਿਆਰਾਂ ਤੇ ਕਿਆ ਵੱਡੀ ਗੱਲ ਕਰ ਲਈ, ਪਰ ਜਦੋਂ ਗੁਣਾਂ ਦੇ ਹੁੰਦਿਆਂ ਕਹੇਗਾ ਨਾ ਦਾਤਿਆ ਮੇਰੇ ਵਰਗਾ ਔਗਣਿਆਰਾ ਕੋਈ ਨਹੀਂ, ਫਿਰ ਗੁਰੂ ਰਾਮਦਾਸ ਤੇਰੀ ਥੋੜੀ ਕੀਤੀ ਘਾਲਣਾ ਵੀ ਥਾਂ ਪਾ ਦੇਣਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ ਜਾ, ਪਰ ਅੰਦਰ ਆਹੀ ਚੱਲੇ ਮੇਰੇ ਵਰਗਾ ਉਗਣਿਆਰਾ ਕੋਈ ਨਹੀਂ। ਇੱਕ ਵਾਰੀ ਨਾ ਭਾਈ ਗੁਰਦਾਸ ਜੀ ਤੁਰੇ ਜਾ ਰਹੇ, ਬਹੁਤ ਸੰਗਤ ਮਗਰ ਮਗਰ ਜਾ ਰਹੀ, ਬਹੁਤ ਸੰਗਤਾਂ ਪਿਆਰ ਕਰਦੀਆਂ ਸੀ। ਤੇ ਇੱਕ ਸ਼ਰੀਰ ਨੇ ਸੰਗਤ ਨੂੰ ਪੁੱਛਿਆ ਬਈ ਇਹ ਕਿਹੜੇ ਸੰਤ ਜਾ ਰਹੇ ਨੇ, ਇੰਨੀ ਦੁਨੀਆ ਮਗਰ ਜਾ ਰਹੀ, ਕਿਹੜੇ ਸੰਤ ਨੇ, ਕਿਹੜੇ ਮਹਾਂਪੁਰਖ ਨੇ। ਤੇ ਭਾਈ ਸਾਹਿਬ ਜੀ ਦੇ ਕੰਨਾਂ ਦੇ ਵਿੱਚ ਨਾ ਇਹ ਆਵਾਜ਼ ਪੈ ਗਈ, ਤੇ ਭਾਈ ਗੁਰਦਾਸ ਜੀ ਪਰਤ ਕੇ ਆਏ ਤੇ ਉਸ ਸ਼ਰੀਰ ਨੂੰ ਪਤਾ ਕੀ ਕਹਿੰਦੇ, ਕਹਿੰਦੇ ਮੈਂ ਕੋਈ ਸੰਤ ਨਹੀਂ। ਪਹਿਰਾਵੇ ਵੱਲ ਵੇਖ ਕੇ ਲੋਕ ਮੇਰਾ ਸਤਿਕਾਰ ਕਰ ਰਹੇ ਨੇ, ਪਰ ਮੈਂ ਕੋਈ ਸੰਤ ਮਹਾਂਪੁਰਖ ਨਹੀਂ। ਆ ਮੈਂ ਤੈਨੂੰ ਦੱਸਦਾ ਅਸਲੀਅਤ ਵਿੱਚ ਮੈਂ ਕੌਣ ਆ। ਤੇ ਫਿਰ ਭਾਈ ਗੁਰਦਾਸ ਜੀ ਨੇ ਇਹ ਬਚਨ ਉਚਾਰਿਆ, ਕੀ ਕਹਿੰਦੇ, ਹਾਂ ਅਪਰਾਧੀ ਗੁਨਹਗਾਰ ਖਾਂ ਬੇਮੁਖ ਮੰਦਾ। ਕਹਿੰਦੇ ਮੈਂ ਤੇ ਆਵਾਂ, ਹਾਂ ਅਪਰਾਧੀ ਗੁਨਹਗਾਰ ਖਾਂ ਬੇਮੁਖ ਮੰਦਾ। ਚੋਰ ਯਾਰ ਜੁਆਰ ਹੋ ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ। ਕਹਿੰਦੇ ਆ ਮੈਂ ਔਗਣਾ ਦਾ ਭਰਿਆ ਪਿਆ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ। ਸਿਮਰ ਮੁਰੀਦਾਂ ਟਾਟੀਆਂ ਸਿਮਰ ਮੁਰੀਦਾਂ ਸਿਮਰ ਮੁਰੀਦਾਂ ਟਾਟੀਆਂ
सतगुर बख्शंदा गल्ली असी चंगियां आचारी बोरिया मनुख सुदा कालिया बाहर चिटवियां असी चंगिया आचारी बुरिया मनुख सुधा कालिया बाहर चिटविया। भाई गुरदास जी उस शरीर नूं कहंदे मैं कोई संत नहीं, मैं ते बड़ा वड्डा गुनाहगार हां। आखो वाहिगुरू जी वाहिगुरू मैं जी। ते बड़ा वड्डा औगणियारा, मैं कामी हां, मैं क्रोधी हां, मैं विश्वासघात करन वाला, मेरे वर्गा गुनाहगार कोई नहीं। देखो जिन्हां दी बाणी नूं गुरु ग्रंथ ਸਾਹਿਬ जी ਦੀ ਕੁੰਜੀ ਦਾ ਦਰਜਾ ਮਿਲਿਆ, ਉਹ ਕਹਿ ਰਹੇ ਨੇ ਤੇ ਅਸੀਂ ਤੇ ਥੋੜਾ ਜਿਹਾ ਕੁਝ ਚੰਗਾ ਕਰ ਲਈਏ, ਸਾਡੇ ਸਿਰ ਦੇ ਉੱਤੇ ਹੰਕਾਰ ਚੜ ਚੜ ਕੇ ਬੋਲਦਾ ਹੈ, ਬੜੀਆਂ ਡਿੰਗਾਂ ਮਾਰਦੇ ਆ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਅਸੀਂ ਤੇ ਗੱਲਾਂ ਨਾਲ ਚੰਗੇ ਆ, ਗੁਰੂ ਨਾਨਕ ਕਹਿ ਰਹੇ ਆਚਰਣ ਕਰਕੇ ਮਾੜੇ ਆ, ਮਨੋਂ ਖੋਟੇ ਆ, ਕਾਲੇ ਆ ਤੇ ਬਾਹਰੋਂ ਸਾਫ਼ ਸੁਥਰਾ ਹੋਣ ਦਾ ਵਿਖਾਵਾ ਕਰਦੇ ਆ। ਅੱਗੇ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਂ ਸੁਧਾਂ ਕਾਲੀਆਂ ਬਾਹਰ ਚਿਟਵੀਆਂ। ਅੱਗੇ ਕਹਿੰਦੇ ਰੀਸਾਂ ਕਰੇ ਤੇ ਨਾੜੀਆਂ ਜੋ ਸੇਵੈ ਡਰ ਖੜੀਆਂ। ਕਹਿੰਦੇ ਰੀਸਾਂ ਉਹਨਾਂ ਦੀਆਂ ਕਰਦੇ ਆ ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਾਵਧਾਨ ਹੋ ਕੇ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਰੀਸਾਂ ਅਸੀਂ ਉਹਨਾਂ ਦੀਆਂ ਕਰਦੇ ਆ। ਫਲਾਣਾ ਮਹਾਂਪੁਰਖ ਉਹ ਬੰਦਗੀ ਦੇ ਵਿੱਚ ਜੁੜਦਾ, ਇਦਾਂ ਚੌਂਕੜਾ ਮਾਰਦਾ ਹੈ, ਚੌਂਕੜੇ ਦੀ ਤੇ ਰੀਸ ਕਰ ਲਈ, ਪਰ ਕਿਹੜੇ ਪਿਆਰ ਵਿੱਚ ਜੁੜਦਾ ਉਹਦੀ ਬਰਾਬਰੀ ਨਹੀਂ ਕਰ ਪਾਏ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਮਾਈ ਵਾਲਿਆਂ ਵੱਲ ਵੇਖ ਕੇ ਪਹਿਰਾਵਾ ਪਾਲਿਆ, ਪਰ ਅੰਦਰ ਪ੍ਰੈਕਟੀਕਲ ਨਾ ਆਇਆ, ਅੰਦਰ ਪ੍ਰੈਕਟੀਕਲ ਨਾ ਆਇਆ। ਸਾਡਾ ਹਾਲ ਉਹ ਏ, ਉਹ ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਡਰ ਖੜੀਆਂ। ਤੇ ਅੱਗੇ ਕਹਿੰਦੇ ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ। ਖਸਮ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਜਿਹੜੀਆਂ ਨੇ ਨਾ, ਜੋ ਹਰ ਵੇਲੇ ਕੀ ਪਰਮੇਸ਼ਰ ਦੇ ਪਿਆਰ ਦਾ ਆਨੰਦ ਮਾਣਦੀਆਂ ਨੇ, ਉਹਦੇ ਚਰਨਾਂ ਦੇ ਨਾਲ ਰਲੀਆਂ ਹੋਈਆਂ ਨੇ। ਅਸੀਂ ਰੀਸਾਂ ਉਹਨਾਂ ਦੀਆਂ ਕਰਦੇ ਆ, ਉਹਨਾਂ ਦੀਆਂ। ਪਰ ਕੱਲਾ ਰੀਸਾਂ ਨਾਲ ਗੱਲ ਨਹੀਂ ਬਣਦੀ, ਰੀਸਾਂ ਨਾਲ ਨਹੀਂ। ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ, ਰੀਸਾਂ ਨਾਲ ਨਹੀਂ ਗੱਲ ਬਣਦੀ, ਗੱਲ ਤੇ ਬਣਨੀ ਕਰਨੀ ਦੇ ਨਾਲ। ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ ਬੜੀ ਕਰਨੀ। ਇੱਕ ਦਿਨ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ। ਬਾਬਾ ਕੁੰਦਨ ਸਿੰਘ ਜੀ ਕਿਤੇ ਕਥਾ ਕਰਕੇ ਆਏ ਤੇ ਬਾਬਾ ਈਸ਼ਰ ਸਿੰਘ ਜੀ ਨੇ ਇੱਕ ਬਚਨ ਕਰ ਦਿੱਤਾ। ਕਹਿੰਦੇ ਕੁੰਦਨ ਕਹਿਣੀ ਨਹੀਂ, ਕਰਨੀ ਕਰਕੇ ਵਿਖਾਉਣੀ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਕਹਿਣੀ ਨਹੀਂ, ਕਰਨੀ ਕਰਕੇ ਵਿਖਾਉਣੀ। ਤੇ ਉਸ ਤੋਂ ਬਾਅਦ ਉਸ ਸਾਧੂ ਨੇ ਇਹੋ ਜੀ ਕਰਨੀ ਕੀਤੀ। 52 ਸਾਲ ਤਕਰੀਬਨ ਗੁਰੂ ਗ੍ਰੰਥ ਸਾਹਿਬ ਜੀ ਦੀ 52 ਸਾਲ ਸੇਵਾ ਕੀਤੀ ਤੇ 52 ਸਾਲਾਂ ਦੇ ਵਿੱਚ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ। ਸਰੀਰ ਠੀਕ ਵੀ ਨਾ ਹੋਣਾ, ਸਿਹਤ ਵੱਲ ਵੀ ਨਾ ਹੋਣੀ, ਸਰੀਰ ਚੱਲਦਾ ਵੀ ਨਹੀਂ ਸੀ, 2 ਸੇਵਾਦਾਰ ਵੀ ਫੜ ਕੇ ਲੈ ਜਾਂਦੇ ਸੀ। ਪਰ ਉਸ ਸਾਧੂ ਨੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਹੀਂ ਛੱਡੀ। ਉਸ ਤੋਂ ਬਾਅਦ ਕੋਈ ਕਥਾ ਨਹੀਂ ਕੀਤੀ। ਜਦੋਂ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤਾ, ਕਹਿਣੀ ਨਹੀਂ, ਕਰਨੀ ਕਰਕੇ ਵਿਖਾਉਣੀ। ਕਹਿਣੀ ਨਹੀਂ, ਫਿਰ ਸੱਚਮੁੱਚ ਇਹੋ ਜੀ ਕਰਨੀ ਕਰਕੇ ਵਿਖਾਈ, ਇਹੋ ਜੀ ਕਰਨੀ ਕਰਕੇ ਵਿਖਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ 52 ਸਾਲ ਤੇ ਇੱਕ ਵੀ ਨਾਗਾ ਨਹੀਂ। ਅਸੀਂ ਹੁਣ ਆਪਣੇ ਅੰਦਰ ਵੜਨਾ ਹੈ, ਆਪਣੇ ਅੰਦਰ। ਅਸੀਂ ਰੀਸਾਂ ਜ਼ਰੂਰ ਕਰਦੇ ਆ ਜਿਹੜੇ ਨਾਮ ਨਾਲ ਜੁੜੇ ਹੋਏ ਨੇ, ਬੰਦਗੀ ਦੇ ਵਿੱਚ ਰੰਗੇ ਹੋਏ ਨੇ ਉਹਨਾਂ ਦੀਆਂ, ਪਰ ਰੀਸਾਂ ਨਾਲ ਕੱਲੀ ਗੱਲ ਨਹੀਂ ਬਣੇਗੀ।
ਬੱਚਾ ਸਕੂਲ ਵਿੱਚ ਦਾਖਲ ਹੋਇਆ, ਦਾਖਲੇ ਨਾਲ ਗੱਲ ਨਹੀਂ ਬਣਨੀ, ਯੂਨੀਫਾਰਮ ਪਾ ਲਈ, ਕੱਲੀ ਯੂਨੀਫਾਰਮ ਨਾਲ ਗੱਲ ਨਹੀਂ ਬਣਨੀ, ਪੜ੍ਹਾਈ ਵੀ ਬੜੀ ਲਾਜ਼ਮੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਪੜ੍ਹਾਈ ਕਰੇਗਾ ਬੱਚਾ, ਫਿਰ ਕੀ ਅਗਲੀ ਕਲਾਸ ਵਿੱਚ ਜਾਏਗਾ। ਜੋ ਟੀਚਰ ਨੇ ਸਮਝਾਇਆ, ਜਦੋਂ ਟੀਚਰ ਦੇ ਦੱਸੇ ਮੁਤਾਬਕ ਚੱਲੇਗਾ ਨਾ, ਫਿਰ ਅਗਾਂਹ ਤਰੱਕੀਆਂ ਕਰ ਸਕੇਗਾ। ਟੀਚਰ ਜੋ ਸਮਝਾ ਰਿਹਾ ਹੈ, ਟੀਚਰ ਦੇ ਸਮਝਾਏ ਮੁਤਾਬਕ ਪੜ੍ਹਾਈ ਕਰੇ ਨਾ, ਫਿਰ ਕਦੀ ਵੀ ਅਗਲੀ ਕਲਾਸ ਵਿੱਚ ਨਹੀਂ ਦਾਖਲ ਹੋ ਸਕਦਾ। ਇਸ ਕਰਕੇ ਮੇਰੀ ਬੇਨਤੀ ਹੈ, ਕੱਲੀਆਂ ਰੀਸਾਂ ਨਾ ਕਰੀਏ, ਕਰਨੀ ਵੀ ਕਰੀਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਤੇ ਜੀ। ਗੁਰੂ ਨਾਨਕ ਸਾਹਿਬ ਅੰਤ ਵਿੱਚ ਪਤਾ ਕੀ ਕਹਿੰਦੇ? ਕਹਿੰਦੇ ਹੁੰਦੈ ਤਾਣ ਨਿਤਾਣੀਆਂ, ਰਹਿ ਹੈ ਨਿਮਾਨਣੀਆਂ, ਨਾਨਕ ਜਨਮ ਸਕਾਰ ਥਾ, ਜੇ ਤਿਨ ਕੈ ਸੰਗ ਮਿਲਾ। ਜਿਹੜੇ ਤਾਣ ਹੁੰਦਿਆਂ ਹੋਇਆਂ ਵੀ ਨਿਤਾਣੇ ਬਣ ਕੇ ਰਹਿੰਦੇ ਆ, ਮਾਣ ਹੋਣ ਦੇ ਬਾਵਜੂਦ ਵੀ ਨਿਮਾਣੇ ਬਣ ਕੇ ਰਹਿੰਦੇ ਆ, ਗੁਣ ਹੋਣ ਦੇ ਬਾਵਜੂਦ ਵੀ ਕਹਿੰਦੇ ਆ ਨਾ ਸਾਡੇ ਵਰਗਾ ਉਗਣਿਆ ਵਾਲਾ ਕੋਈ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਵੀ ਉਹਨਾਂ ਦੀ ਸੰਗਤ ਦੇ, ਤਾਂ ਜੋ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ ਮੇਰਾ ਵੀ ਜੀਵਨ ਸਫਲ ਹੋ ਜਾਵੇ। ਉਹਨਾਂ ਕਮਾਈ ਵਾਲੇ ਰੰਗ ਰਤੜਿਆਂ ਦੀ ਸੰਗਤ ਮੈਨੂੰ ਵੀ ਦੇ, ਤਾਂ ਜੋ ਉਹਨਾਂ ਦੀ ਸੰਗਤ ਕਰਕੇ ਮੇਰਾ ਜੀਵਨ ਵੀ, ਮੇਰਾ ਜਨਮ ਵੀ ਸਕਾਰਥਾ ਹੋ ਜਾਵੇ, ਜਨਮ ਸਫਲਾ ਹੋ ਜਾਵੇ। ਹੈ ਜੀ, ਕਿਵੇਂ ਕਹਿ ਰਹੇ? ਪੜਿਓ ਪਿਆਰ ਦੇ ਨਾਲ। ਹੋਂਦੇ ਤਾਣ ਨਿਤਾਣੀਆਂ, ਹੋਂਦੇ ਤਾਣ ਨਿਤਾਣੀਆਂ, ਹੁੰਦੇ ਤਾਣ ਨਿਤਾਣੀਆਂ, ਹੁੰਦੇ ਤਾਣ ਨਿਤਾਣੀਆਂ, ਰਹਿ ਨੇ ਮਾਨਣੀਆਂ, ਰਹਿ ਨੇ ਮਾਨਣੀਆਂ, ਰਹਿ ਨੇ ਮਾਨਣੀਆਂ, ਰਹਿ ਨੇ ਮਾਨਣੀਆਂ। ਨਾਨਕ ਜਨਮ ਸਕਾਰ ਥਾ, ਨਾਨਕ ਜਨਮ ਸਕਾਰ ਥਾ, ਨਾਨਕ ਜਨਮ ਸਕਾਰ ਥਾ, ਨਾਨਕ ਜਨਮ ਸਕਾਰ ਥਾ। ਜੇ ਤਿਨ ਕੈ, ਜੇ ਤਿਨ ਕੈ, ਜੇ ਤਿਨ ਕੈ, ਜੇ ਤਿਨ ਕੈ ਸੰਗ ਮਿਲਾ, ਜੇ ਤਿਨ ਕੈ ਸੰਗ ਮਿਲਾ। ਜਿਨ ਕੈ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਤੂੜ ਤਿਨਾ ਕੀ ਜੇ ਮਿਲੇ ਜੀ ਕਾ, ਤੂੜ ਤਿਨਾ ਕੀ ਜੇ ਮਿਲੇ ਜੀ, ਤੂੜ ਤਿਨਾ ਕੀ ਜੇ ਮਿਲੇ ਜੀ। ਕਹੋ ਨਾਨਕ ਕੀ ਅਰਦਾਸ, ਨਾਨਕ ਜਨਮ ਸਕਾਰ ਥਾ, ਜੇ ਤਿਨ ਕੈ ਸੰਗ ਮਿਲਾ। ਅੰਤਰ ਜਾਮੀ ਪੁਰਖ ਬਿਠਾਤੇ, ਸ਼ਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੇ ਮੰਗੇ, ਮੁਕ ਕਰ, ਮੁਕ ਕਰ, ਮੁਕ ਕਰ, ਮੁਕ ਕਰ ਸੰਤਨ ਕੀ ਤੂਰੇ। ਨਾਨਕ ਜਨਮ ਸਕਾਰ ਥਾ, ਨਾਨਕ ਜਨਮ ਸਕਾਰ ਥਾ, ਨਾਨਕ ਜਨਮ ਸਕਾਰ ਥਾ, ਨਾਨਕ ਜਨਮ ਸਕਾਰ ਥਾ। ਤਿਨ ਕੈ ਸੰਗ ਮਿਲਾ, ਤਿਨ ਕੈ ਸੰਗ ਮਿਲਾ, ਤਿਨ ਕੈ ਸੰਗ ਮਿਲਾ, ਤਿਨ ਕੈ ਸੰਗ ਮਿਲਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੁੱਖ ਸੁਦਾ ਆਲੀਆਂ, ਬਾਹਰ ਚਿੱਟਵੀਆਂ। ਲੈ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਸੁਦਾ ਕਾਲੀਆਂ, ਬਾਹਰ ਚਿਤਵੀਆਂ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੁੱਖ
कसुदा कालियां बाहर चिटवियां। गली असी चंगिया आचारी बुरिया मनो कसुदा कालिया बाहर चिटविया। सारे सब जुड़ जाओ। फरीदा काले मेंढे कपड़े काला मेंढा वेश नहीं परया मैं फिरा लोक कहे दरवेश लोक कहे लोक कहे दरवेश सारे गज के जेड़े घरां च बैठे सब जुड़ जाओ, सब जुड़ जाओ। वाहिगुरु 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 आचारी बोरिया मनो कसुदा कालिया बाहर चिटविया। बोलो गलियां सी चंगिया आचारी बुरिया मनो कसुदा कालिया
ਬਾਹਰ ਚਿਟਵੀਆਂ। ਗੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਹੀ ਗੁਰਮਤਿ ਜਿਸ ਮੁਕਾਮ ਤੇ ਵੀ ਮਰਜੀ ਪਹੁੰਚ, ਪਰ ਅੰਦਰੋਂ ਇਹੋ ਹੀ ਕਹਿ ਦਾਤਿਆ ਗੱਲੀ ਅੱਸੀ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ। ਇਹ ਤੇ ਮਹਾਰਾਜ ਨਿਰੰਕਾਰ ਨੇ ਇਸ਼ਾਰਾ ਦਿੱਤਾ ਹੈ, ਗੁਣਾਂ ਦੇ ਹੁੰਦਿਆਂ ਮਨ ਇੱਥੇ ਰੱਖ। ਪਰ ਜੇ ਅਸਲੀਅਤ ਦੇ ਵਿੱਚ ਆਪਣੇ ਕਿਰਦਾਰ ਦੀ ਅਸੀਂ ਗੱਲ ਕਰੀਏ ਨਾ, ਆਪਣੇ ਅੰਦਰ ਵੜ ਕੇ ਵੇਖਣ ਦਾ ਯਤਨ ਕਰੀਏ, ਅਸਲੀਅਤ ਦੇ ਵਿੱਚ ਕੁਝ ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਨੂੰ ਛੱਡ ਕੇ ਜਿਹੜੇ ਜੁੜੇ ਹੋਏ ਨੇ, ਬੰਦਗੀ ਵਾਲੇ ਨੇ, ਇੱਕਮਿਕ ਹੋਏ ਨੇ ਨਾ ਗੁਰੂ ਰਾਮਦਾਸ ਬਾਪੂ ਦੇ ਚਰਨਾਂ ਦੇ ਨਾਲ, ਉਹਨਾਂ ਦੀ ਅਵਸਥਾ ਨੂੰ ਛੱਡ ਕੇ ਮੇਰੇ ਵਰਗਿਆਂ ਦਾ ਬਹੁਤਿਆਂ ਦਾ ਹਾਲ ਹੈ ਇਹੋ ਹੀ ਹੈ। ਵਿਖਾਵਾ ਤੇ ਬੜਾ ਕਰਦੇ ਆ, ਪਰ ਅੰਦਰ ਉਹ ਚੀਜ਼ ਨਹੀਂ। ਸੱਚੀ ਗੱਲ ਏ, ਦੁਨੀਆ ਦੇ ਵਿੱਚ ਅਸੀਂ ਵਿਚਰਦੇ ਆ, ਕਈ ਵਾਰੀ ਵਿਖਾਵਾ ਕਰਦੇ ਆ, ਮੈਂ ਤੇਰਾ ਭਲਾ ਮੰਗਦਾ, ਪਰ ਅੰਦਰੋਂ ਭਲਾ ਨਹੀਂ ਮੰਗਦੇ, ਜੜਾਂ ਵੱਢਣ ਨੂੰ ਫਿਰਦੇ ਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮਨੋ ਕਸੁੱਧਾਂ ਕਾਲੀਆਂ। ਹਾਂਜੀ, ਦੋ ਦੋਸਤ ਸੀ ਭਿਖਾਰੀ, ਇੱਕ ਲੰਗੜਾ ਸੀ ਤੇ ਦੂਜਾ ਅੰਨਾ। ਲੰਗੜਾ ਪਤਲਾ ਸੀ, ਵਜ਼ਨ ਉਹਦਾ ਘੱਟ ਸੀ। ਅੰਨਾ ਉਹਨੂੰ ਮੋਢਿਆਂ ਤੇ ਚੱਕ ਕੇ ਸਾਰਾ ਦਿਨ ਪੈਸਿਆਂ ਦੀ ਭੀਖ ਮੰਗਦਾ ਸੀ, ਤੇ ਲੰਗੜਾ ਅਗਵਾਈ ਕਰਦਾ ਸੀ। ਅੰਨੇ ਨੂੰ ਦੱਸਦਾ ਸੀ, ਇੱਧਰ ਮੁੜਨਾ, ਇੱਧਰ ਜਾਣਾ, ਇੱਥੋਂ ਭੀਖ ਮੰਗਣੀ, ਇੱਥੇ ਰੁਕਣਾ, ਆਹ ਦੁਕਾਨ ਹੈ। ਇੱਕ ਦਿਨ ਦੋਵਾਂ ਜਾਣਿਆਂ ਨੂੰ ਇੱਕ ਚਲਾਕ ਭਿਖਾਰੀ ਨੇ ਵੇਖਿਆ ਤੇ ਪੁੱਛਿਆ, ਬਈ ਤੁਸੀਂ ਪੈਸੇ ਤੇ ਸਾਰਾ ਦਿਨ ਲਾ ਕੇ ਇਕੱਠੇ ਕਰਦੇ ਹੋ, ਪਰ ਇਹ ਪੈਸਿਆਂ ਦੀ ਵੰਡ ਕਿਵੇਂ ਕਰਦੇ ਹੋ? ਕਿੰਨੂੰ ਵੱਧ ਮਿਲਦੇ ਨੇ, ਕਿੰਨੂੰ ਘੱਟ ਮਿਲਦੇ ਨੇ? ਬਸ ਇੰਨੀ ਕੁ ਤੀਲੀ ਲਾਈ, ਉਹ ਨਿਕਲ ਗਿਆ। ਤੇ ਦੋਵਾਂ ਦੇ ਵਿੱਚ ਆਪਸ 'ਚ ਨਾ ਬਹਿਸ ਹੋਣੀ ਸ਼ੁਰੂ ਹੋ ਗਈ। ਅੰਨੇ ਨੇ ਕਿਹਾ, ਮੈਨੂੰ ਤੇਰਾ ਭਾਰ ਵੱਧ ਚੱਕਣਾ ਪੈਂਦਾ, ਮੈਂ ਤੈਨੂੰ ਮੋਢਿਆਂ ਤੇ ਚੱਕਦਾ, ਹਿੱਸਾ ਤੇ ਜ਼ਿਆਦਾ ਮੇਰਾ ਬਣਦਾ। ਤੇ ਜਿਹੜਾ ਲੰਗੜਾ ਹੈ ਨਾ, ਉਹ ਕਹਿੰਦਾ, ਜੇ ਮੈਂ ਤੈਨੂੰ ਮਾਰਗਦਰਸ਼ਨ ਨਾ ਕਰਾਵਾਂ, ਤੈਨੂੰ ਦੱਸਾਂ ਨਾ, ਤੂੰ ਤੇ ਕੰਧਾਂ ਨਾਲ ਸਿਰ ਮਾਰਦਾ ਫਿਰੇ। ਦੋਵਾਂ ਦੀ ਆਪਸ ਦੇ ਵਿੱਚ ਜੰਮ ਕੇ ਬਹਿਸ ਹੋਈ ਤੇ ਦੋਵੇਂ ਜਾਣੇ ਇੱਕ ਦੂਜੇ ਤੋਂ ਦੂਰ ਰੁੱਸ ਕੇ ਬਹਿ ਗਏ। ਦੋਵਾਂ ਨੇ ਅਰਦਾਸਾਂ ਸ਼ੁਰੂ ਕੀਤੀਆਂ। ਪਰਮੇਸ਼ਰ ਨੇ ਇਹਨਾਂ ਦੀ ਅਰਦਾਸ ਨੂੰ ਕਬੂਲ ਕੀਤਾ ਤੇ ਦਰਸ਼ਨ ਦਿੱਤੇ। ਹੁਣ ਗੱਲ ਸੁਣਿਓ, ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਹੈ। ਹੁਣ ਜਦੋਂ ਪਰਮੇਸ਼ਰ ਨੇ ਦਰਸ਼ਨ ਦਿੱਤੇ ਤੇ ਪੁੱਛਦਾ ਹੈ ਪਰਮੇਸ਼ਰ ਉਸ ਲੰਗੜੇ ਦੇ ਕੋਲੋਂ ਕਿ ਬਈ ਇੰਨੇ ਸਮੇਂ ਤੋਂ ਤੂੰ ਪਰੇਸ਼ਾਨ ਹੈ, ਮੈਂ ਇੰਨੇ ਲੰਬੇ ਸਮੇਂ ਤੋਂ ਵੇਖਿਆ ਤੂੰ ਤਸੀਹੇ ਝੱਲ ਰਿਹਾ ਤੇ ਮੈਂ ਤੈਨੂੰ ਲੱਤਾਂ ਦੇਣ ਲਈ ਤਿਆਰ ਹਾਂ। ਤੇ ਅੰਨੇ ਨੂੰ ਕਹਿੰਦਾ, ਮੈਂ ਵੇਖਿਆ ਤੂੰ ਬੜੀਆਂ ਠੋਕਰਾਂ ਖਾਧੀਆਂ, ਮੈਂ ਤੈਨੂੰ ਅੱਖਾਂ ਦੇਣ ਲਈ ਤਿਆਰ ਹਾਂ। ਤੁਹਾਡੀ ਅਰਦਾਸ ਕਬੂਲ ਹੋਈ ਏ, ਮੈਂ ਲੰਗੜੇ ਨੂੰ ਲੱਤਾਂ ਦੇ ਦੇਣਾ, ਜਿਹੜਾ ਅੰਨਾ ਉਹਨੂੰ ਅੱਖਾਂ ਦੇ ਦੇਣਾ। ਦੱਸੋ ਤੁਹਾਡੀ ਕੀ ਮਰਜ਼ੀ ਹੈ? ਤੇ ਉਸ ਵੇਲੇ ਨਾ ਅੰਨਾ ਬੋਲ ਪਿਆ, ਕਹਿੰਦਾ, ਮੇਰੀ ਕੋਈ ਹੋਰ ਮਰਜ਼ੀ ਨਹੀਂ, ਹੋਰ ਕੋਈ ਮੰਗ ਨਹੀਂ ਹੈ ਪਰਮੇਸ਼ਰ। ਅੱਖਾਂ ਨਾ ਹੋਣ ਦਾ ਦੁੱਖ ਜਿਹੜਾ ਮੈਂ ਝੱਲਿਆ ਨਾ, ਤੂੰ ਜੇ ਮੇਰੀ ਅਰਦਾਸ ਕਬੂਲ ਕਰਨੀ ਨਾ, ਮੇਰਾ ਜਿਹੜਾ ਲੰਗੜਾ ਮਿੱਤਰ ਹੈ ਨਾ, ਉਹਨੂੰ ਲੰਗੜੇ ਦੇ ਨਾਲ ਨਾਲ ਅੰਨਾ ਵੀ ਕਰ ਦੇ। ਉਹਨੂੰ ਪਤਾ ਲੱਗੇ ਕਿ ਅੰਨੇ ਬੰਦਿਆਂ ਦਾ ਦੁੱਖ ਕਿਵੇਂ ਦਾ ਹੁੰਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਿ ਤੂੰ ਉਹਦੀਆਂ ਅੱਖਾਂ ਕੱਢ ਲੈ, ਉਹ ਮੇਰੇ ਦੁੱਖ ਦੇ ਬਾਰੇ ਜਾਣ ਸਕੇ। ਰੱਬ ਹੈਰਾਨ ਸੀ ਜਦੋਂ ਲੰਗੜੇ ਦੇ ਕੋਲ ਗਿਆ
ਤੇ ਲੰਗੜੇ ਨੂੰ ਪੁੱਛਦਾ ਤੇਰੀ ਇੱਛਾ, ਕਹਿੰਦਾ ਮੇਰੀ ਕੋਈ ਹੋਰ ਇੱਛਾ ਨਹੀਂ, ਅੰਨੇ ਦੀਆਂ ਵੀ ਨਾ ਦੋਵੇਂ ਲੱਤਾਂ ਹੀ ਖੋਲ ਹੈ। ਆਖੋ ਵਾਹਿਗੁਰੂ ਜੀ। ਉਹਨੂੰ ਪਤਾ ਚੱਲੇ ਕਿ ਲੰਗੜਾ ਹੋਣਾ ਕਿੱਡਾ ਵੱਡਾ ਕਸ਼ਟਦਾਇਕ ਕੰਮ ਹੈ। ਹੁਣ ਰੱਬ ਨੇ ਇਹੋ ਜੀਆਂ ਪ੍ਰਾਰਥਨਾਵਾਂ ਤੇ ਸੁਣੀਆਂ ਨਹੀਂ, ਕਿਉਂਕਿ ਇਹੋ ਜੀਆਂ ਕਬੂਲ ਨਹੀਂ ਹੁੰਦੀਆਂ। ਪਰ ਇਹ ਚੀਜ਼ ਵੱਲ ਵੇਖ ਕੇ ਪਿਆਰਿਓ ਕਈ ਬੰਦਿਆਂ ਦੀਆਂ ਅੱਖਾਂ ਖੁੱਲੀਆਂ, ਸਾਡੀਆਂ ਵੀ ਖੁੱਲ ਜਾਣ। ਜਦੋਂ ਮੈਂ ਇਹ ਚੀਜ਼ ਸੁਣੀ ਨਾ ਕਿ ਵੇਖੋ ਇੱਕ ਸਾਰੀ ਜ਼ਿੰਦਗੀ ਅੰਨਾ ਹੈ, ਰੱਬ ਜੇ ਪ੍ਰਸੰਨ ਵੀ ਹੋ ਰਿਹਾ ਆਪਣੀਆਂ ਅੱਖਾਂ ਨਹੀਂ ਮੰਗ ਰਿਹਾ। ਕੀ ਕਹਿੰਦਾ? ਦੂਜੇ ਦੀਆਂ ਅੱਖਾਂ ਖਰਾਬ ਹੋ ਜਾਣ। ਇੱਕ ਲੰਗੜਾ ਉਹ ਆਪਣੀਆਂ ਲੱਤਾਂ ਠੀਕ ਕਰਵਾਉਣ ਦੀ ਅਰਦਾਸ ਨਹੀਂ, ਕਹਿੰਦਾ ਦੂਜਾ ਵੀ ਲੰਗੜਾ ਹੋ ਜੇ ਤਾਂ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ। ਵੇਖੋ ਹੈਣ ਭਾਵੇਂ ਦੋਵੇਂ ਦੋਸਤ, ਪਰ ਅੰਦਰ ਕਿੱਡੀ ਵੱਡੀ ਬੁਰਾਈ ਛੁਪੀ ਹੋਈ ਹੈ। ਇਹ ਮੇਰੀ ਬੇਨਤੀ ਹੈ ਪਿਆਰਿਓ, ਸਾਡੀਆਂ ਅਰਦਾਸਾਂ ਵਿੱਚ ਵੀ ਤੇ ਆਹੀ ਹੁੰਦਾ ਹੈ। ਸਾਡੀਆਂ ਅਰਦਾਸਾਂ ਵਿੱਚ ਆਪਣੀਆਂ ਮੰਗਾਂ ਘੱਟ ਹੁੰਦੀਆਂ ਨੇ, ਦੂਜਿਆਂ ਨੂੰ ਨੀਵਾਂ ਵਿਖਾਉਣ ਵਾਲਾ ਕੰਮ ਜ਼ਿਆਦਾ ਹੁੰਦਾ ਹੈ। ਮਹਾਰਾਜ ਮੈਨੂੰ ਕੋਠੀ ਚਾਹੀਦੀ ਹੈ, ਪਰ ਕੋਠੀ ਤਾਂ ਚਾਹੀਦੀ ਮੇਰੇ ਗੁਆਂਢੀ ਨੇ ਬੜੀ ਵਧੀਆ ਪਾ ਲਈ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਨੂੰ ਗੱਡੀ ਚਾਹੀਦੀ ਹੈ 15 ਲੱਖ ਵਾਲੀ, ਮੇਰਾ ਗੁਜ਼ਾਰਾ ਹੋ ਰਿਹਾ ਭਾਵੇਂ 3 ਲੱਖ ਵਾਲੀ 'ਚ, ਪਰ ਮੈਨੂੰ 15 ਲੱਖ ਵਾਲੀ ਚਾਹੀਦੀ। ਕਿਉਂ ਚਾਹੀਦੀ? ਗੁਆਂਢੀ ਨੇ 15 ਵਾਲੀ ਲਈ ਹੈ। ਅਰਦਾਸਾਂ ਅਸੀਂ ਵੀ ਕਰਦੇ ਹਾਂ, ਪਰ ਸਾਡੀਆਂ ਅਰਦਾਸਾਂ ਵਿੱਚ ਆਪਣੀਆਂ ਮੰਗਾਂ ਘੱਟ ਹੁੰਦੀਆਂ, ਦੂਜਿਆਂ ਨੂੰ ਨੀਵਾਂ ਵਿਖਾਉਣ ਵਾਲਾ ਕੰਮ ਜ਼ਿਆਦਾ ਹੁੰਦਾ ਹੈ। ਗੱਲ ਤੇ ਫਿਰ ਉਹੀ ਹੋ ਗਈ ਨਾ, ਗੱਲਾਂ ਅਸੀਂ ਚੰਗੀਆਂ, ਗੱਲਾਂ ਉਹਦੇ ਨਾਲ ਤੇ ਮਿੱਤਰ ਬਣੇ ਆ, ਪਰ ਆਚਰਣ ਕਰਕੇ ਕੰਮ ਸਾਡਾ ਡਿੱਗਿਆ ਹੋਇਆ ਹੈ ਜੀ। ਏਦਾਂ ਨਹੀਂ। ਇਹ ਮੇਰੀ ਬੇਨਤੀ ਹੈ ਪਿਆਰਿਓ, ਜੋ ਅਰਦਾਸ ਵਿੱਚ ਕਹਿੰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਅਸਲੀਅਤ ਦੇ ਵਿੱਚ ਇਹ ਸਕਾਰਾਤਮਕ ਸੋਚ ਸਾਡੇ ਅੰਦਰ ਵੀ ਆਵੇ ਤਾਂ ਹੀ ਗੱਲ ਬਣੇਗੀ। ਸਾਡੇ ਦਿਲ ਦੇ ਸਭ ਤੋਂ ਡੂੰਘੇ ਕੋਨੇ ਦੇ ਵਿੱਚ ਜੇ ਕਿਸੇ ਦੀ ਤਬਾਹੀ ਕਰਨ ਦੀ ਪ੍ਰਾਰਥਨਾ ਹੈ ਤੇ ਪਿਆਰਿਓ ਇੱਕ ਗੱਲ ਚੇਤੇ ਵਿੱਚ ਰੱਖਿਓ, ਅਸੀਂ ਵੀ ਕਦੀ ਸਾਰੀ ਜ਼ਿੰਦਗੀ ਸੁਖੀ ਨਹੀਂ ਹੋ ਸਕਦੇ। ਜੇ ਸਾਡੇ ਅੰਦਰ ਕਿਸੇ ਦੂਜੇ ਦਾ ਬੁਰਾ ਛੁਪਿਆ ਹੈ ਨਾ ਤੇ ਪਿਆਰਿਓ ਫਿਰ ਕਦੀ ਵੀ ਤੁਹਾਨੂੰ ਸ਼ਾਂਤੀ ਨਹੀਂ ਮਿਲ ਸਕਦੀ। ਇਹ ਬੁਰਾ ਵਿਹਾਰ ਕੀ ਬੰਦੇ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਡਾ ਵੀ ਹਾਲ ਉਹ ਅੰਨੇ ਤੇ ਲੰਗੜੇ ਵਾਂਗ ਨਾ ਹੋਵੇ। ਉਤੋਂ ਤੋਂ ਦੋਸਤੀ ਦਾ ਵਿਖਾਵਾ ਕਰੀਏ, ਬਈ ਮੈਂ ਤੇ ਤੇਰੇ ਨਾਲ ਆ, ਮੈਂ ਤੇ ਤੇਰਾ ਸਪੋਰਟਰ ਹਾਂ, ਪਰ ਜਦੋਂ ਸਮਾਂ ਬਣਿਆ ਸਭ ਤੋਂ ਪਹਿਲੇ ਪਿੱਠ ਦੇ ਵਿੱਚ ਛੁਰਾ ਵੀ ਅਸੀਂ ਮਾਰਿਆ। ਫਿਰ ਗੱਲ ਤੇ ਨਾ ਬਣੇ। ਆ ਨੇਕ ਇਨਸਾਨ ਬਣੀ ਹੈ, ਜੋ ਅੰਦਰ ਉਹ ਬਾਹਰ, ਜੋ ਬਾਹਰ ਉਹ ਹੀ ਅੰਦਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਕੀ ਉਤਰਾਈਆਂ ਚੜਾਈਆਂ ਤੇ ਹਰੇਕ ਦੇ ਜੀਵਨ ਵਿੱਚ ਹੁੰਦੀਆਂ ਨੇ, ਹਰੇਕ ਦੇ ਜੀਵਨ ਵਿੱਚ। ਤੇ ਇਹ ਉਤਰਾਈਆਂ ਚੜਾਈਆਂ ਦੇ ਕਰਕੇ ਅਸੀਂ ਦੂਜਿਆਂ ਦਾ ਬੁਰਾ ਨਾ ਮੰਗੀਏ, ਆਚਰਣ ਕਰਕੇ, ਕਰੈਕਟਰ ਕਰਕੇ ਉੱਚੇ ਰਹੀਏ। ਮੈਨੂੰ ਗੱਲ ਚੇਤੇ ਆਈ, ਇੱਕ ਬੰਦਾ ਸੀ, ਹਰ ਵੇਲੇ ਉਹਨੇ ਦੁਖੀ ਰਹਿਣਾ, ਹਰ ਵੇਲੇ ਉਹਨੇ ਕਲਪਦੇ ਹੀ ਰਹਿਣਾ, ਇਹੋ ਹੀ ਤਾਨੇ ਮੇਣੇ ਦੇਣੇ ਪਰਮੇਸ਼ਰ ਨੂੰ, ਪਰਮੇਸ਼ਰ ਮੇਰੀਆਂ ਸਮੱਸਿਆਵਾਂ ਤੇ ਕਦੀ ਖਤਮ ਹੁੰਦੀਆਂ ਹੀ ਨਹੀਂ। ਤੇ ਉਹਨੂੰ ਇਦਾਂ ਲੱਗਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਕਿ ਲੱਗਦਾ ਮੇਰੇ ਤੋਂ ਦੁਖੀ ਸੰਸਾਰ ਵਿੱਚ ਕੋਈ ਦੂਜਾ ਵਿਅਕਤੀ ਹੈ ਹੀ ਨਹੀਂ। ਕੋਈ ਉਹਦੇ ਕੋਲ ਬਹਿ ਕੇ ਵੀ ਖੁਸ਼ ਨਹੀਂ ਸੀ ਹੁੰਦਾ ਕਿ ਜੇ ਇਹਦੇ ਕੋਲ ਬਹਿ ਗਏ ਇਹਨੇ ਆਪਣੇ ਦੁਖੜੇ ਹੀ ਰੋਈ ਜਾਣੇ ਨੇ। ਹਰ ਵੇਲੇ ਇਹਦੀ ਨੈਗੇਟਿਵਿਟੀ ਚੱਲਦੀ ਇਹਦੇ ਅੰਦਰ, ਇਹਦੀ ਨੈਗੇਟਿਵਿਟੀ ਕਿਤੇ ਸਾਡੇ ਉੱਤੇ ਵੀ ਕੋਈ ਪ੍ਰਭਾਵ ਨਾ ਪਾ ਦੇਵੇ। ਹਰ ਵੇਲੇ ਪਰੇਸ਼ਾਨੀਆਂ ਦੀਆਂ ਗੱਲਾਂ ਕਰਦਾ, ਕਿਸੇ ਨੇ ਇਹਦੀ ਗੱਲ ਨਾ ਸੁਣਨੀ। ਇੱਕ ਦਿਨ ਇਹਨੂੰ ਪਤਾ ਲੱਗਿਆ ਕਿ ਸਾਡੇ ਸ਼ਹਿਰ ਦੇ ਵਿੱਚ ਨਾ ਕੋਈ ਮਹਾਤਮਾ ਜੀ ਆਏ ਨੇ, ਤੇ ਜਿਨ੍ਹਾਂ ਦੇ ਕੋਲ ਸਾਰਿਆਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੈ, ਸਾਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਹੈ। ਇਹ ਜਦੋਂ ਇਹਨੂੰ ਇਸ ਚੀਜ਼ ਦਾ ਪਤਾ ਲੱਗਾ, ਇਹ ਵੀ ਮਹਾਤਮਾ ਜੀ ਦੇ ਕੋਲ ਪਹੁੰਚ ਗਿਆ। ਤੇ ਮਹਾਤਮਾ ਜੀ ਦੇ ਨਾਲ ਨਾ ਇੱਕ ਕਾਫਲਾ ਚੱਲਦਾ ਸੀ, ਤੇ ਉਸ ਕਾਫਲੇ ਦੇ ਵਿੱਚ ਊਂਠ ਵੀ ਚੱਲਦੇ ਸੀ। ਸੁਣਿਓ ਧਿਆਨ ਨਾਲ,
ਜਦੋਂ ਇਹ ਮਹਾਤਮਾ ਦੇ ਕੋਲ ਪਹੁੰਚਿਆ ਨਾ ਬੰਦਾ, ਕਹਿੰਦਾ ਮਹਾਤਮਾ ਜੀ ਮੈਂ ਸੁਣਿਆ ਤੁਹਾਡੇ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ, ਮੈਂ ਬੜਾ ਹੀ ਦੁਖੀ ਹਾਂ, ਮੇਰੇ ਇਰਦ ਗਿਰਦ ਹਮੇਸ਼ਾ ਸਮੱਸਿਆਵਾਂ ਹੀ ਰਹਿੰਦੀਆਂ ਨੇ, ਇੱਕ ਸੁਲਝਾਉਣਾ ਸਮੱਸਿਆ ਤੇ ਦੂਜੀ ਖੜੀ ਹੋ ਜਾਂਦੀ। ਆਖੋ ਵਾਹਿਗੁਰੂ ਜੀ। ਜੇ ਮੈਂ ਆਪਣੀ ਆਪ ਬੀਤੀ ਕਿਸੇ ਨੂੰ ਸੁਣਾਉਣਾ, ਮੇਰੀਆਂ ਗੱਲਾਂ ਸੁਣ ਕੇ ਕੋਈ ਰਾਜੀ ਨਹੀਂ ਹੁੰਦਾ, ਦੁਨੀਆ ਬੜੀ ਮਤਲਬੀ ਹੋ ਗਈ ਹੈ, ਤੁਸੀਂ ਦੱਸੋ ਕਿ ਮੈਂ ਕੀ ਕਰਾਂ। ਤੇ ਮਹਾਤਮਾ ਜੀ ਪਤਾ ਕੀ ਕਹਿੰਦੇ, ਕਹਿੰਦੇ ਮੈਂ ਤੇਰੀ ਸਾਰੀ ਗੱਲ ਧਿਆਨ ਨਾਲ ਸੁਣ ਲਈ ਏ, ਮੈਂ ਹੁਣੇ ਥੱਕ ਗਿਆ ਵਾਂ, ਪਰ ਕੱਲ ਸਵੇਰੇ ਤੇਰੀ ਸਮੱਸਿਆ ਦਾ ਤੈਨੂੰ ਮੈਂ ਹੱਲ ਦੱਸਾਂਗਾ, ਪਰ ਇਸ ਦੌਰਾਨ ਤੈਨੂੰ ਇੱਕ ਮੇਰਾ ਕੰਮ ਕਰਨਾ ਪੈਣਾ। ਉਹ ਕਹਿੰਦਾ ਬਸ ਤੁਸੀਂ ਦੱਸੋ, ਮੇਰੀਆਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ, ਮੈਨੂੰ ਕੰਮ ਦੱਸੋ ਕਿਹੜਾ ਕਰਨਾ ਹੈ। ਤੇ ਉਸ ਵੇਲੇ ਮਹਾਤਮਾ ਪਤਾ ਕੀ ਕਹਿੰਦਾ, ਕਹਿੰਦਾ ਅੱਜ ਰਾਤ ਤੈਨੂੰ ਇਹ ਊਠਾਂ ਦੀ ਨਾ ਦੇਖਭਾਲ ਕਰਨੀ ਪੈਣੀ ਹੈ। ਜਿਹੜਾ ਇਹਨਾਂ ਦੀ ਰਾਖੀ ਕਰਦਾ ਹੈ ਨਾ, ਦੇਖਭਾਲ ਕਰਦਾ ਹੈ ਊਠਾਂ ਦੀ, ਉਹ ਅੱਜ ਬਿਮਾਰ ਹੈ ਤੇ ਸਾਰੀ ਰਾਤ ਤੈਨੂੰ ਇਹ ਊਠਾਂ ਦੀ ਨਾ ਦੇਖਭਾਲ ਕਰਨੀ ਪੈਣੀ ਹੈ, ਫਿਰ ਮੈਂ ਤੈਨੂੰ ਸਵੇਰੇ ਦੱਸਾਂਗਾ ਤੇਰੀ ਸਮੱਸਿਆ ਦਾ ਹੱਲ। ਉਹ ਸਾਰੀ ਰਾਤ ਬੰਦਾ ਉੱਥੇ ਊਠਾਂ ਦੀ ਦੇਖਭਾਲ ਕਰਦਾ। ਅਗਲੇ ਦਿਨ ਮਹਾਤਮਾ ਜੀ ਨੇ ਉਸ ਬੰਦੇ ਨੂੰ ਕੋਲ ਬੁਲਾਇਆ ਤੇ ਉਹ ਬੰਦੇ ਦੀਆਂ ਨਾ ਅੱਖਾਂ ਲਾਲ ਸੀ, ਇਦਾਂ ਲੱਗਦਾ ਹੈ ਜਿਵੇਂ ਸਾਰੀ ਰਾਤ ਸੁੱਤਾ ਨਾ ਹੋਵੇ। ਮਹਾਤਮਾ ਜੀ ਕਹਿਣ ਲੱਗੇ ਭਾਈ ਦੱਸ ਤੇਰੀਆਂ ਅੱਖਾਂ ਲਾਲ ਨੇ, ਨੀਂਦ ਨਹੀਂ ਆਈ ਲੱਗਦਾ। ਕਹਿੰਦਾ ਮੈਂ ਸਾਰੀ ਰਾਤ ਸੌਂਦਾ ਕਿਵੇਂ, ਤੁਸੀਂ ਕਿਹਾ ਸੀ ਊਂਠਾਂ ਨੂੰ ਸਵਾਉਣ ਤੋਂ ਬਾਅਦ ਸੌਣਾ ਹੈ, ਪਰ ਇੱਕ ਊਂਠ ਸੌਣ ਲਈ ਜਦੋਂ ਬਹਿੰਦਾ ਸੀ ਤੇ ਦੂਜਾ ਖੜਾ ਹੋ ਜਾਂਦਾ, ਜਦੋਂ ਮੈਂ ਦੂਜੇ ਨੂੰ ਸਵਾਉਣ ਦੀ ਕੋਸ਼ਿਸ਼ ਕਰਦਾ ਤੀਜਾ ਖੜਾ ਹੋ ਜਾਂਦਾ ਸੀ। ਕਹਿੰਦਾ ਸਾਰੇ ਊਂਠ ਇੱਕ ਸਾਥ ਇੱਕੋ ਵਾਰੀ ਬੈਠੇ ਨਹੀਂ, ਸੁੱਤੇ ਨਹੀਂ, ਇਸ ਕਰਕੇ ਸਾਰੀ ਰਾਤ ਮੇਰੀ ਵੀ ਜਾਗਦਿਆਂ ਹੀ ਬਤੀਤ ਹੋਈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਉਸ ਵੇਲੇ ਮਹਾਤਮਾ ਜੀ ਮੁਸਕਰਾਏ ਤੇ ਕਹਿੰਦੇ ਮੈਂ ਜਾਣਦਾ ਸੀ ਕਿ ਇੰਨੇ ਊਂਠ ਨੇ ਇੱਕੋ ਵਾਰੀ ਇਕੱਠੇ ਨਹੀਂ ਬਹਿ ਸਕਦੇ, ਫਿਰ ਵੀ ਮੈਂ ਤੈਨੂੰ ਐਸਾ ਕੰਮ ਕਰਨ ਵਾਸਤੇ ਜਾਣ ਕੇ ਕਿਹਾ। ਇਹ ਸੁਣ ਕੇ ਨਾ ਉਹ ਬੰਦੇ ਨੂੰ ਗੁੱਸਾ ਚੜ ਗਿਆ, ਕ੍ਰੋਧ ਆ ਗਿਆ। ਕਹਿੰਦਾ ਮਹਾਤਮਾ ਜੀ ਮੈਂ ਤੁਹਾਡੇ ਕੋਲੋਂ ਆਪਣੀ ਸਮੱਸਿਆ ਦਾ ਹੱਲ ਕਰਨ ਵਾਸਤੇ ਆਇਆ ਸਾਂ, ਪਰ ਤੁਸੀਂ ਤੇ ਮੈਨੂੰ ਹੋਰ ਪਰੇਸ਼ਾਨ ਕਰ ਦਿੱਤਾ। ਤੇ ਉਸ ਵੇਲੇ ਮਹਾਤਮਾ ਜੀ ਪਤਾ ਕੀ ਬੋਲੇ, ਕਹਿੰਦੇ ਪਿਆਰਿਆ ਅਸਲੀਅਤ ਦੇ ਵਿੱਚ ਇਹੋ ਹੀ ਤੇਰੀ ਸਮੱਸਿਆ ਦਾ ਹੱਲ ਏ। ਜਿਹੜੀਆਂ ਤੇਰੇ ਜੀਵਨ ਦੇ ਵਿੱਚ ਤਕਲੀਫਾਂ ਆਉਂਦੀਆਂ ਨੇ ਨਾ, ਇਹੋ ਹੀ ਤੇਰੀਆਂ ਤਕਲੀਫਾਂ ਦਾ ਹੱਲ ਏ। ਸੰਸਾਰ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਸਮੱਸਿਆ ਇਹਨਾਂ ਊਂਠਾਂ ਦੇ ਵਾਂਗੀ ਏ, ਇੱਕ ਖਤਮ ਹੁੰਦੀ ਏ ਤੇ ਦੂਜੀ ਖੜੀ ਹੋ ਜਾਂਦੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਹਿੰਦੇ ਬਸ ਆਹੀ ਸਮੱਸਿਆ ਦਾ ਹੱਲ ਏ ਕਿ ਸਮੱਸਿਆਵਾਂ ਦੇ ਖਤਮ ਹੋਣ ਦਾ ਇੰਤਜ਼ਾਰ ਨਾ ਕਰ। ਜੇ ਸਮੱਸਿਆਵਾਂ ਦੇ ਖਤਮ ਹੋਣ ਦਾ ਇੰਤਜ਼ਾਰ ਕਰੇਗਾ ਨਾ, ਕਦੀ ਵੀ ਚੈਨ ਦੇ ਨਾਲ ਜੀ ਨਹੀਂ ਪਾਏਗਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਬਸ ਆਹ ਚੀਜ਼ ਆਪਣੇ ਅੰਦਰ ਰੱਖ, ਇਹ ਮੁਸ਼ਕਲਾਂ, ਇਹ ਸਮੱਸਿਆਵਾਂ ਇੱਕ ਜੀਵਨ ਦਾ ਅੰਗ ਨੇ। ਦੁਨੀਆ ਦੇ ਵਿੱਚ ਕੋਈ ਵੀ ਵਿਅਕਤੀ ਇਹੋ ਜਿਹਾ ਨਹੀਂ ਜਿਹੜਾ ਤੇਰੀਆਂ ਸਮੱਸਿਆਵਾਂ ਨੂੰ ਸੁਣਨ ਦੇ ਵਿੱਚ ਕੋਈ ਦਿਲਚਸਪੀ ਲਵੇ, ਕਿਉਂਕਿ ਹਰੇਕ ਬੰਦੇ ਦੀ ਆਪਣੀ ਆਪਣੀ ਸਮੱਸਿਆ ਹੈ, ਹਰੇਕ ਦੀ ਆਪਣੀ ਆਪਣੀ ਮੁਸ਼ਕਲ ਹੈ। ਇਸ ਕਰਕੇ ਸਮੱਸਿਆਵਾਂ ਤੋਂ, ਮੁਸ਼ਕਲਾਂ ਤੋਂ ਘਬਰਾ ਨਾ, ਪਰਮੇਸ਼ਰ ਦਾ ਸਿਮਰਨ ਕਰ ਤੇ ਸਮੱਸਿਆਵਾਂ ਦਾ ਡਟ ਕੇ ਮੁਕਾਬਲਾ ਕਰ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਸਮੱਸਿਆਵਾਂ ਦਾ ਡਟ ਕੇ ਮੁਕਾਬਲਾ ਕਰ, ਸਿਮਰਨ ਕਰ, ਬੰਦਗੀ ਕਰ, ਨਿਤਨੇਮ ਵਧਾ, ਚਿੰਤਾ ਨਹੀਂ ਚਿੰਤਨ ਵਧਾ। ਫਿਰ ਸਮੱਸਿਆਵਾਂ ਨਾਲ ਲੜਨ ਦੀ ਤਾਕਤ ਪਰਮੇਸ਼ਰ ਤੈਨੂੰ ਦੇਵੇਗਾ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਹਰੇਕ ਦੀ ਜ਼ਿੰਦਗੀ ਦੇ ਵਿੱਚ ਆਪਣੀ ਆਪਣੀ ਸਮੱਸਿਆ ਹੈ, ਆਪਣੀ ਆਪਣੀ ਮੁਸ਼ਕਲ ਹੈ, ਤੇ ਉਹ ਸਮੱਸਿਆਵਾਂ ਵੱਲ ਵੇਖ ਕੇ ਕਿਤੇ ਗਲਤ ਕਦਮ ਨਹੀਂ, ਗਲਤ ਡਾਇਰੈਕਸ਼ਨ ਵੱਲ ਨਹੀਂ ਜਾਣਾ। ਜਿਵੇਂ ਉਹ ਅੰਨਾ ਤੇ ਲੰਗੜਾ ਚਲੇ ਗਏ, ਉਹ ਉਹਦੀ ਬੁਰਾਈ ਦੀ ਅਰਦਾਸ ਕਰਦਾ, ਉਹ ਉਹਦੀ ਬੁਰਾਈ ਦੀ ਅਰਦਾਸ ਕਰਦਾ। ਇਦਾਂ ਨਹੀਂ ਕਰਨਾ, ਆਪਣੇ ਕਰੈਕਟਰ ਨੂੰ ਡਿੱਗਣ ਨਹੀਂ ਦੇਣਾ। ਜੇ ਜੀਵਨ ਦੇ ਵਿੱਚ ਕੋਈ ਸਮੱਸਿਆ ਆ ਗਈ, ਨਿਤਨੇਮ ਵਧਾ ਕੇ, ਬੰਦਗੀ ਦਾ ਪਹਿਰਾ ਵਧਾ ਕੇ ਅਰਦਾਸ ਕਰਨੀ ਹੈ, ਵਿਖਾਵਾ ਨਹੀਂ ਰੱਖਣਾ। ਉਤੋਂ ਤੇ ਨਾਲ ਦੇ ਸਾਥੀ ਦੇ ਭਲੇ ਦੀ ਅਰਦਾਸ ਕਰ ਰਹੇ ਆ।
ਉੱਤੋਂ ਤੇ ਤੂੰ ਸਾਥੀ ਬਣ ਰਿਹਾ ਹੈ, ਪਰ ਕਰੈਕਟਰ ਕਰਕੇ ਉਹਦੀਆਂ ਜੜ੍ਹਾਂ ਵੱਢਣ ਨੂੰ ਲੱਗਿਆ ਹੋਇਆ, ਇਹ ਕੰਮ ਨਹੀਂ। ਹਾਂ, ਜ਼ਿੰਦਗੀ ਦੇ ਵਿੱਚ ਸਮੱਸਿਆ ਆ ਗਈ ਤੇ ਉਹਦਾ ਫਿਰ ਮੁਕਾਬਲਾ ਕਰਨ ਦੀ ਸ਼ਕਤੀ ਪਰਮੇਸ਼ਰ ਕੋਲੋਂ ਜ਼ਰੂਰ ਮੰਗ। ਅੱਜ ਦੇ ਕੀਰਤਨ ਦੇ ਵਿੱਚ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਨਾ, ਨੇਕ ਇਨਸਾਨ ਬਣਨ ਬਾਰੇ ਵੀ, ਔਰ ਜੋ ਪਿਤਾ ਜੀ ਦੀ ਬਾਣੀ ਨੇ ਕਿਹਾ ਉਸ ਮੁਤਾਬਕ ਵੀ ਮੈਂ ਜੋ ਵਿਚਾਰ ਕਰਨ ਦਾ ਯਤਨ ਕੀਤਾ ਹੈ। ਸਮਾਂ ਹੋ ਰਿਹਾ ਸਮਾਪਤੀ ਦਾ, ਭੁੱਲ ਚੁੱਕ ਦੀ ਤੁਸੀਂ ਖਿਮਾ ਕਰ ਦੇਣਾ। ਕੱਲ ਦੇ ਦੀਵਾਨ ਵਿੱਚ ਸਤਿਗੁਰੂ ਕਿਰਪਾ ਦਾ ਖਾਤਾ ਖੋਲ ਕੇ ਫਿਰ ਤੁਹਾਡੇ ਦੀਦਾਰ ਕਰਾਉਂ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਅੱਜ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਭੁੱਲ ਚੁੱਕ ਦੀ ਖਿਮਾ ਦੋਵੇਂ ਹੱਥ ਰੱਖੋ ਸੁਰਤੀ ਦੇ ਨਾਲ ਸਾਡੇ ਸਾਰਿਆਂ ਦੇ ਸਿਰ ਦੇ ਉੱਤੇ, ਕਿ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਕੇ ਕੁੱਲਾਂ ਤੱਕ ਇਹ ਕਥਾ ਕੀਰਤਨ ਦੀ ਸੇਵਾ ਆਪ ਲੈਂਦੇ ਰਹਿਣ। ਪਿਆਰ ਸਹਿਤ ਸਾਰੀ ਸੰਗਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। 31 ਦਸੰਬਰ ਆ ਰਹੀ। 31 ਦਸੰਬਰ ਦੀ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਦੇ ਦੌਰਾਨ ਇਕੱਤਰਿਤ ਹੋਣਾ। ਇਸ ਸਮਾਗਮ ਦੇ ਵਿੱਚ ਅਸੀਂ 2022 ਸਨ ਨੂੰ ਵਿਦਾਇਗੀ ਦੇਣੀ ਔਰ 2023 ਸਨ ਨੂੰ ਜੀ ਆਇਆਂ ਕਹਿਣਾ। ਅਰਦਾਸ ਕਰਨੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਜਿਹੜਾ ਨਵਾਂ ਸਾਲ ਚੜ੍ਹਿਆ ਪਿਤਾ ਜੀ, ਉਹ ਕਿਰਪਾ ਦੇ ਖਾਤੇ ਵਿੱਚੋਂ, ਬਖਸ਼ੀਸ਼ ਦੇ ਖਾਤੇ ਵਿੱਚੋਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ, ਬਰਕਤਾਂ ਲੈ ਕੇ ਆਵੇ। ਇਹ ਸਾਰੀਆਂ ਸੰਗਤਾਂ ਨੇ ਅਰਦਾਸ ਕਰਨ ਵਾਸਤੇ ਸ਼ਾਮਲ ਹੋਣਾ। 10 ਨੂੰ 20 ਨੂੰ ਨਾਲ ਲੈ ਕੇ ਆਇਓ ਔਰ ਇੱਕੋ ਬਾਣੇ ਦੇ ਵਿੱਚ ਵਾਈਟ ਡਰੈਸ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ। ਔਰ ਇਹ ਵਾਈਟ ਡਰੈਸ ਜਦੋਂ ਮੈਂ ਕਹਿੰਦਾ ਨਾ ਤੁਹਾਨੂੰ, ਇਹ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਪਿਤਾ ਜੀ ਜਿਹੜੇ ਵੀ ਰੰਗ ਵਿੱਚ ਤੁਸੀਂ ਸਾਨੂੰ ਰੰਗਣਾ ਨਾ ਰੰਗ ਲਓ। ਇਹ ਮੇਰੀ ਬੇਨਤੀ ਹੈ। 31 ਦਸੰਬਰ ਦੀ ਰਾਤ 9 ਵਜੇ ਰਹਿਣ ਸਬਾਈ ਸ਼ੁਰੂ ਹੋਣੀ ਹੈ। ਤੁਸੀਂ ਦੁਪਹਿਰੀ ਪਹੁੰਚ ਜਿਓ। ਉਹਦਾ ਕਾਰਨ ਹੈ ਜੇ ਧੁੰਦ ਵਗੈਰਾ ਪੈ ਗਈ ਫਿਰ ਸ਼ਾਮ ਨੂੰ ਤੁਹਾਨੂੰ ਆਉਣ ਵਿੱਚ ਦਿੱਕਤ ਹੋਏਗੀ। ਇਸ ਕਰਕੇ ਦੁਪਹਿਰੇ ਉੱਥੇ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕ ਕੇ ਥੋੜ੍ਹਾ ਸਮਾਂ ਆਰਾਮ ਕਰ ਲਿਓ ਅਤੇ 9 ਵਜੇ ਤੋਂ ਆਪਾਂ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। ਔਰ ਰਹਿਣ ਸਬਾਈ ਸਮਾਗਮ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿਵੇਂ ਪ੍ਰਤੱਖ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਪ ਬਹਿ ਕੇ ਇੱਕ ਦੇ ਮਾੜੇ ਕਰਮ ਚੰਗੇ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ, ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਕਈਆਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਇਹ ਗਰੰਟੀ ਮੈਂ ਪਿਛਲੀ ਰਹਿਣ ਸਬਾਈ 'ਚ ਵੀ ਲਫ਼ਜ਼ ਬੋਲੇ ਸੀ ਔਰ ਹਜ਼ਾਰਾਂ ਤੁਹਾਨੂੰ ਇਹੋ ਜਿਹੇ ਬੰਦੇ ਮੈਂ ਮਿਲਾ ਸਕਦਾ ਗੁਰੂ ਜੀ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਰਹਿਣ ਸਬਾਈਆਂ ਵਿੱਚ ਆ ਕੇ ਹਾਜ਼ਰੀਆਂ ਭਰੀਆਂ। ਪਤਾ ਨਹੀਂ ਕਿੰਨੇ ਚਿਰ ਦੇ ਉਹਨਾਂ ਦੇ ਰੁਕੇ ਕਾਰਜ ਗੁਰੂ ਰਾਮਦਾਸ ਨੇ ਚਲਵਾ ਦਿੱਤੇ, ਜਿਹਦੇ ਕਿਤੇ ਕੋਈ ਕਾਰਜ ਬਣਦੇ ਹੀ ਨਹੀਂ ਸੀ, ਕੰਮ ਬਣਦੇ ਹੀ ਨਹੀਂ ਸੀ। ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤ ਕੇ ਉਹਨਾਂ ਦੇ ਸਾਰੇ ਕਾਰਜਾਂ ਨੂੰ ਆਪ ਪਿਤਾ ਜੀ ਨੇ ਕਰਵਾਇਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਰਹਿ ਨਾ ਜਾਇਓ। ਜਿਹੜੇ ਬਾਹਰ ਵਾਲੇ ਨੇ ਟਿਕਟਾਂ ਬੁੱਕ ਕਰਵਾ ਲਓ ਹੁਣੇ। ਔਰ 31 ਦਸੰਬਰ ਨੂੰ ਤੁਸੀਂ ਦੁਪਹਿਰੇ 2-3 ਵਜੇ ਪਹੁੰਚ ਜਿਓ ਭਲਾਈ ਕੇਂਦਰ, ਜੋ ਪ੍ਰਸ਼ਾਦਾ ਪਾਣੀ ਛਕ ਕੇ ਉੱਥੇ ਹੀ ਭਾਵੇਂ ਆਰਾਮ ਕਰ ਲਿਓ। ਅਤੇ ਫਿਰ 9 ਵਜੇ ਤੋਂ ਅਸੀਂ ਸਾਰਿਆਂ ਨੇ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। 3 ਵਜੇ ਇਹ ਸਾਰੇ ਪ੍ਰੋਗਰਾਮ ਦੀ 1 ਜਨਵਰੀ 3 ਵਜੇ ਅੰਮ੍ਰਿਤ ਵੇਲੇ ਇਹ ਪ੍ਰੋਗਰਾਮ ਦੀ ਸਮਾਪਤੀ ਦੀ ਅਰਦਾਸ ਹੋਏਗੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰੋ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।